ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਯੂਪੀ ਪੰਚਾਇਤ ਚੋਣਾਂ ਵਿੱਚ ਕਿਸਾਨ ਅੰਦੋਲਨ ਨੇ ਭਾਜਪਾ ਦੀ ਨੀਂਦ ਉਡਾਈ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਜਦੋਂ ਦੇਸ਼ 'ਚ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਕਰੋਨਾ ਵਾਇਰਸ ਵੀ ਜਿਹੜਾ ਹੈਗਾ ਭਿਆਨਕ ਰੂਪ ਧਾਰਦਾ ਜਾ ਰਿਹਾ, ਉਸੇ ਦੌਰਾਨ ਜਿੱਥੇ ਦੇਸ਼ ਦੇ 5 ਸੂਬਿਆਂ 'ਚ ਚੋਣਾਂ ਹੋਈਆਂ, ਉੱਥੇ ਯੂਪੀ ਦੇ ਵਿੱਚ ਵੀ ਜਿਹੜੀ ਹੈਗੀ ਪੰਚਾਇਤੀ ਰਾਜ ਦੀਆਂ ਚੋਣਾਂ ਹੋਈਆਂ ਨੇ ਤੇ 5 ਸੂਬਿਆਂ ਦੀ ਚੋਣਾਂ ਇਹ ਨਤੀਜੇ ਦਾ ਸਭ ਦੇ ਸਾਹਮਣੇ ਆ ਚੁੱਕੇ ਨੇ। ਸਭ ਨੂੰ ਪਤਾ ਹੈ ਉੱਥੇ ਕਿਵੇਂ ਦੇ ਕੀ ਹਾਲਾਤ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਜਿਹੜੇ ਯੂਪੀ ਦੇ ਵਿੱਚ ਪੰਚਾਇਤੀ ਰਾਜ ਦੀਆਂ ਚੋਣਾਂ ਹੋਈਆਂ ਨੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ। ਅਸਲ ਦੇ ਵਿੱਚ ਯੂਪੀ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ 3 ਟਾਇਰ ਸਿਸਟਮ ਹੈ, ਪੰਚਾਇਤ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ। ਨਾਰਮਲੀ ਇਹ ਜਿਹੜੀ ਇੱਕ ਪੂਰੀ ਰੂਰਲ ਪਾਪੂਲੇਸ਼ਨ ਜਾਂ ਪੇਂਡੂ ਜਿਹੜਾ ਵੋਟ ਬੈਂਕ ਹੈ, ਔਰ ਯੂਪੀ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਜਿੱਥੇ ਪੇਂਡੂ ਆਬਾਦੀ ਤੇ ਪੇਂਡੂ ਵੋਟ ਨੈਸ਼ਨਲ ਐਵਰੇਜ ਤੋਂ ਵੀ ਕਿਤੇ ਵੱਧ ਹੈ। ਸਾਡੀ ਨੈਸ਼ਨਲ ਐਵਰੇਜ ਪੇਂਡੂ ਵੋਟ ਦੀ ਜਾਂ ਆਬਾਦੀ ਦੀ ਲਗਭਗ 68% ਹੈ, ਲੋਕ ਪਿੰਡਾਂ 'ਚ ਰਹਿੰਦੇ ਨੇ। ਯੂਪੀ 'ਚ 77.73%, ਮਤਲਬ ਆਲਮੋਸਟ 78% ਲੋਕ ਪਿੰਡਾਂ 'ਚ ਰਹਿੰਦੇ ਨੇ। ਮਤਲਬ ਇਹ 80 ਜਾਂ 78% ਲੋਕਾਂ ਦੀ ਇੱਕ ਵੋਟਿੰਗ ਰਾਈਟ ਦੇ ਨਤੀਜੇ ਨੇ, ਛੋਟੇ ਨਤੀਜੇ ਨਹੀਂ। ਜੇ ਸ਼ਾਇਦ ਕਰੋਨਾ ਦਾ ਦੌਰ ਨਾ ਹੁੰਦਾ, ਕਿਉਂਕਿ ਹੁਣ ਸਾਰਾ ਫੋਕਸ ਕਰੋਨਾ 'ਤੇ ਹੈ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਬੈੱਡ ਨਹੀਂ ਮਿਲ ਰਹੇ, ICU ਦੇ ਵਿੱਚ ਦਾਖਲਾ ਨਹੀਂ ਮਿਲ ਰਿਹਾ, ਉਹ ਸਾਰੀਆਂ ਚੀਜ਼ਾਂ ਨੇ ਉਹਦੇ 'ਚ ਦਬ ਗਿਆ। ਨਹੀਂ ਇਹ ਇਲੈਕਸ਼ਨ ਯੂਪੀ ਦੀ ਜਿਹੜੀ ਪੇਂਡੂ ਇਹ ਇਲੈਕਸ਼ਨ ਹੈ, ਇਹ ਬੜੇ ਵੱਡੇ ਪੱਧਰ 'ਤੇ ਮੀਡੀਆ ਦੇ ਵਿੱਚ ਵੀ ਜਗ੍ਹਾ ਲੈਂਦੀ ਹੈ ਹਮੇਸ਼ਾ ਹੀ। ਇਹ 4 ਪੜਾਵਾਂ 'ਚ ਹੋਈ ਆ, ਔਰ ਇਹ ਵੀ ਲਾਕਡਾਊਨ ਇਹਦੇ ਦੌਰਾਨ ਹੀ ਹੋਈ ਹੈ, ਕਰੋਨਾ ਦੇ ਦੌਰਾਨ। ਹਾਲਾਂਕਿ ਇਹ 'ਤੇ ਸਵਾਲ ਵੀ ਉਠਾਏ ਗਏ ਸੀ ਕਿ ਇਹਨੂੰ ਅੱਗੇ ਪਾਇਆ ਜਾ ਸਕਦਾ ਸੀ ਜੇ ਕਰੋਨਾ ਦਾ ਐਡਾ ਹੀ ਵੱਡਾ ਮਾਮਲਾ ਹੈ, ਪਰ ਇਹ 4 ਪੜਾਅ 'ਚ ਹੋਈ ਹੈ। ਤੇ ਹੁਣ 2 ਤਰੀਕ ਤੋਂ ਲੈ ਕੇ ਇਹਦੇ, ਕਿਉਂਕਿ ਬੈਲਟ ਪੇਪਰ 'ਤੇ ਹੋਈ ਹੈ, ਇਹਦੀ ਗਿਣਤੀ ਚੱਲ ਰਹੀ ਹੈ ਹਜੇ। ਉਸ ਚੱਲ ਰਹੀ ਗਿਣਤੀ ਦੇ ਵਿੱਚ ਹੋ ਇਹ ਰਿਹਾ ਕਿ ਲਗਭਗ 3050 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਨੇ। ਜੇ ਬਹੁਤ ਛੋਟੀ ਛੱਡ ਵੀ ਦਈਏ, ਜਿਹੜੀ ਲਗਭਗ 6 ਲੱਖ ਦੇ ਕਰੀਬ ਦੂਜੇ ਨੁਮਾਇੰਦੇ, ਪੰਚ, ਸਰਪੰਚ ਚੁਣੇ ਜਾਣੇ ਨੇ, ਕਿਉਂਕਿ ਉਹ ਤਾਂ ਚੋਣ ਸਿੰਬਲ 'ਤੇ ਨਹੀਂ ਚੁਣੇ ਜਾਂਦੇ, ਉਹ ਤਾਂ ਇੱਕ ਸਮਰਥਕ ਹੁੰਦੇ ਨੇ। ਕੋਈ ਕਹਿੰਦਾ BJP ਦਾ, ਕੋਈ ਕਹਿੰਦਾ ਸਮਾਜਵਾਦੀ ਪਾਰਟੀ। ਇਹ ਜਿਹੜੀਆਂ ਚੋਣਾਂ ਨੇ, ਜਿਹੜੀਆਂ ਵੱਡੀਆਂ ਚੋਣਾਂ ਨੇ ਅੱਜ ਕੱਲ੍ਹ ਸਾਡੇ ਬਲਾਕ ਸੰਮਤੀ ਦੀਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ, ਇਹ ਪਾਰਟੀਆਂ ਵੱਲੋਂ ਵੀ ਲੜੀਆਂ ਜਾਂਦੀਆਂ ਨੇ। ਔਰ ਇਹਦੇ ਵਿੱਚ ਜੇ 3050 ਚੋਂ 2769 ਦਾ ਲਗਭਗ ਇੱਕ ਲੀਡ ਆ ਗਈ, ਜਾਂ ਕਾਫੀ ਹੱਦ ਤੱਕ ਰਿਜ਼ਲਟ ਆ ਗਏ ਨੇ। ਉਹਦੇ ਚੋਂ ਸਭ ਤੋਂ ਜ਼ਿਆਦਾ ਤਾਂ ਲੋਕ ਜਿਤਾ ਰਹੇ ਨੇ ਨਿਰਦਲੀਆਂ ਨੂੰ, ਇੰਡੀਪੈਂਡੈਂਟ ਨੂੰ, ਆਜ਼ਾਦ ਜਿਹੜੇ ਖੜਦੇ ਨੇ ਕਿਸੇ ਵੀ ਪਾਰਟੀ ਦੇ, ਉਹ 859 ਨੇ ਜੀ। BJP ਉਦੋਂ ਦੂਜੇ ਨੰਬਰ 'ਤੇ 771 ਨਾਲ, ਬਿਲਕੁਲ ਨੇੜੇ ਤੀਜੇ ਨੰਬਰ 'ਤੇ ਸਮਾਜਵਾਦੀ ਪਾਰਟੀ ਹੈ 745 ਨਾਲ ਜੀ। ਤੇ ਉਦੋਂ ਅੱਗੇ ਬਹੁਜਨ ਸਮਾਜ ਪਾਰਟੀ ਹੈ 345 ਨਾਲ, ਕਾਂਗਰਸ 71 ਨਾਲ। ਮਤਲਬ ਜੇ ਟੋਟਲ ਤੁਸੀਂ ਦੇਖਦੇ ਹੋ, ਜੇ ਪੇਂਡੂ ਵੋਟ ਪੈਟਰਨ ਜਿਹੜਾ ਸਾਡੇ ਸਾਹਮਣੇ ਹੈ, ਤਾਂ BJP ਇੰਨੇ ਵੱਡੇ ਉਹਦੇ 'ਚੋਂ ਜੇ 3000 ਚੋਂ ਲਗਭਗ ਤੁਸੀਂ 700-800 ਦੇ ਨੇੜੇ ਪਹੁੰਚਦੇ ਹੋ, ਤਾਂ ਤੀਜੇ ਹਿੱਸੇ 'ਚ ਤੁਸੀਂ ਵੋਟਾਂ ਦੇ 'ਚ ਪਹੁੰਚਦੇ ਹੋ। ਇਹਦੇ 'ਚ 1990 ਸੀਟਾਂ ਦੂਜੀਆਂ ਧਿਰਾਂ ਨੇ ਜਾ ਰਹੀਆਂ ਨੇ, ਚਾਹੇ ਉਹ ਆਜ਼ਾਦ ਹੋਵੇ, ਚਾਹੇ ਉਹ ਵੱਖ-ਵੱਖ ਪਾਰਟੀਆਂ ਹੋਣ, ਤੇ ਕੇਵਲ 771 BJP ਲਈ ਆ ਰਹੀ ਹੈ। ਇੱਕ ਬਹੁਤ ਵੱਡਾ ਫਰਕ ਹੈ ਇਸ ਪੱਧਰ ਦੇ ਉੱਤੇ। ਇਹ ਉਦੋਂ ਵਾਪਰ ਰਿਹਾ ਜਦੋਂ BJP ਅਸੈਂਬਲੀ ਦੀਆਂ ਚੋਣਾਂ 'ਚ, ਜਿਹੜੀਆਂ 2017 'ਚ ਹੋਈਆਂ ਸੀ, ਹੁਣ ਅਗਲੇ ਸਾਲ 22 'ਚ ਹੋਣ ਜਾ ਰਹੀਆਂ ਨੇ, ਉਦੋਂ ਉਹਨੇ 403 ਅਸੈਂਬਲੀ ਸੀਟਾਂ 'ਚੋਂ 325 ਜਿੱਤੀਆਂ ਜੀ। ਵੱਡੇ ਪੱਧਰ 'ਤੇ 51 ਫਿਰ ਜਿੱਤੇ ਸੀ ਉਸ ਲੈਵਲ 'ਤੇ। ਉਦੋਂ ਬਾਅਦ ਲੋਕ ਸਭਾ ਦੀ ਚੋਣ ਹੋਈ ਹੈ 2019 'ਚ, ਹੁਣੇ ਹੋ ਕੇ ਹਟੀ ਹੈ, ਤੇ ਉਹ ਲੋਕ ਸਭਾ ਦੀਆਂ 80 ਸੀਟਾਂ 'ਚੋਂ 62 ਸੀਟਾਂ BJP ਜਿੱਤਦੀ ਹੈ। 2 ਦਾ ਜਿਹੜਾ ਨਾਲ ਸਹਾਇਕ ਆਪਣਾ ਦਲ ਸੀ, 2 ਜਿੱਦਾਂ 64 ਸੀਟਾਂ ਲੈ ਜਾਂਦੇ ਨੇ, ਬਾਕੀ ਸਾਰੇ ਸਿਮਟ ਕੇ 15-16 ਸੀਟਾਂ ਦੇ ਉੱਤੇ। ਇਹ ਬਹੁਤ ਮਤਲਬ ਉਹਦੇ 'ਚ 15 ਆ ਗਈਆਂ ਵਿੱਚ ਹੀ BSP, BSC, SP, ਤੇ 1 ਕਾਂਗਰਸ ਜਿੱਤੀ। ਇਵਨ ਰਾਹੁਲ ਗਾਂਧੀ ਵੀ ਹਾਰ ਗਏ ਸੀ ਯੂਪੀ 'ਚ ਆਪਣੀ ਸੀਟ, ਸੋਨੀਆ ਗਾਂਧੀ ਜਿੱਤੀ ਇਕੱਲੀ ਕਾਂਗਰਸ ਦੇ ਤੌਰ ਦੇ ਉੱਤੇ। ਇਸ ਨਜ਼ਰੀਏ ਨੂੰ ਦੇਖਦੇ ਹੋਏ ਕਿ ਜਦੋਂ ਇੰਨੀ ਗ੍ਰਿਪ ਲੋਕ ਸਭਾ ਦੇ ਵਿੱਚ ਵੀ ਔਰ ਅਸੈਂਬਲੀ ਦੇ ਵਿੱਚ ਵੀ BJP ਦੀ ਸੀ, ਤਾਂ ਉਹ ਇਸ ਵਾਰ ਇੰਨਾ ਨੀਚੇ ਜਾਣਾ, ਹਾਲਾਂਕਿ ਆਮ ਇੱਕ ਰਿਵਾਜ ਹੈ ਸਾਡੇ ਦੇਸ਼ 'ਚ ਕਿ ਜਿਹੜੀਆਂ ਹੇਠਲੀਆਂ ਚੋਣਾਂ ਨੇ ਨਾ, ਇਹ ਨਾਰਮਲੀ ਸੱਤਾਧਾਰੀ ਧਿਰ ਲੈ ਜਾਂਦੀ ਹੁੰਦੀ ਹੈ। ਇਹਦੇ 'ਚ ਕੋਈ ਬਹੁਤ ਜ਼ਿਆਦਾ ਨਾ ਤਾਂ ਉਹ ਜਿਹਾ ਚੋਣ ਕਮਿਸ਼ਨ ਹੈ ਨੈਸ਼ਨਲ ਲੈਵਲ ਦਾ, ਸਟੇਟ ਦੇ ਚੋਣ ਕਮਿਸ਼ਨ ਹੁੰਦੇ ਨੇ, ਬਹੁਤਿਆਂ ਦੇ ਕਾਗਜ਼ ਨਹੀਂ ਭਰਨ ਦਿੰਦੇ, ਕਿਸੇ ਨੂੰ ਕੁਛ ਕਰ ਦਿੰਦੇ ਨੇ, ਜਿਵੇਂ ਆਮ ਆਪਾਂ ਪੰਜਾਬ ਜਾਂ ਆਲੇ ਦੁਆਲੇ ਦੇਖਦੇ ਹਾਂ। ਇਹ ਬਹੁਤੀ ਵਾਰ ਸੱਤਾਧਾਰੀ ਧਿਰ ਨਾਲ ਜਾਂਦੀਆਂ ਨੇ, ਕਿਉਂਕਿ ਉਹਦੀ ਸਰਕਾਰ ਹੁੰਦੀ ਹੈ, ਲੋਕਾਂ ਨੇ ਫਾਇਦੇ ਲੈਣੇ। ਇਹਦਾ ਮਤਲਬ ਵੱਡੀ ਰਿਜੈਂਟਮੈਂਟ ਇਹਦੇ ਤੋਂ ਸ਼ੋਅ ਹੁੰਦੀ ਹੈ। ਸੰਕੇਤ ਇਹ ਮਿਲਦਾ ਕਿ ਲੋਕਾਂ ਦੀ ਨਾਰਾਜ਼ਗੀ ਜਿਹੜੀ ਹੈ BJP ਦੀ ਗੌਰਮੈਂਟ ਦੇ ਨਾਲ, ਉਹ ਕਾਫੀ ਜ਼ਿਆਦਾ ਹੈ, ਜਿਹਦੇ ਕਰਕੇ ਇਹ ਰਿਫਲੈਕਸ਼ਨ ਜਾਂ ਇਹ ਸਾਰੀ ਚੀਜ਼ ਸਾਡੇ ਸਾਹਮਣੇ ਦਿਖਾਈ ਦਿੱਤੀ ਹੈ ਜੀ।
ਹਮੀਰ ਸਿੰਘ ਜੀ, ਜੇ ਆਪਾਂ ਗੱਲ ਕਰੀਏ ਪੰਚਾਇਤੀ ਰਾਜ ਦੀਆਂ ਚੋਣਾਂ ਜਿਹੜੀਆਂ ਇਹ ਪਿੰਡਾਂ ਦੀਆਂ ਚੋਣਾਂ ਹੁੰਦੀਆਂ ਨੇ ਤੇ ਪਿੰਡੂ ਖੇਤਰ ਜਿਹੜਾ ਹੈਗਾ ਉਹ ਕਿਸਾਨੀ ਨਾਲ ਜੁੜਿਆ ਹੁੰਦਾ। ਮੌਜੂਦਾ ਸਮੇਂ ਦੇਸ਼ 'ਚ ਕਿਸਾਨ ਅੰਦੋਲਨ ਚੱਲ ਰਿਹਾ। 6 ਮਹੀਨੇ ਦੇ ਕਰੀਬ ਜਿਹੜਾ ਹੈਗਾ ਦਿੱਲੀ ਦੀ ਬਰੂਹਾਂ ਤੇ ਚੱਲ ਰਹੇ ਸੰਘਰਸ਼ ਨੂੰ, ਪੱਕੇ ਮੋਰਚੇ ਨੂੰ ਜਿਹੜਾ ਹੈਗਾ ਇੰਨਾ ਸਮਾਂ ਬੀਤ ਚੁੱਕਿਆ। ਤੁਹਾਨੂੰ ਲੱਗਦਾ ਹੈ ਵੀ ਕਿ ਜਿਹੜੇ ਪੰਚਾਇਤੀ ਰਾਜ ਦੀਆਂ ਚੋਣਾਂ ਹੋਈਆਂ ਇਹ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਉਸ 'ਤੇ? ਬਿਲਕੁਲ, ਇਹ ਬੀਜੇਪੀ ਦੇ ਆਗੂ ਕਹਿੰਦੇ ਰਹੇ ਨੇ ਖੁਦ ਜਾ ਕੇ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਹੋਰਾਂ ਨੂੰ, ਕਿਉਂਕਿ ਬੀਜੇਪੀ ਦੀ ਹਾਲਤ ਇਹ ਬਣ ਗਈ ਆ ਘੱਟੋ ਘੱਟ 3-4 ਸੂਬਿਆਂ ਦੇ ਵਿੱਚ ਤਾਂ ਕਿ ਉਹਨਾਂ ਦੇ ਆਗੂ ਪਿੰਡਾਂ 'ਚ ਜਾਣ ਤੋਂ ਕਤਰਾਉਂਦੇ ਨੇ। ਜੇ ਜਾਂਦੇ ਨੇ ਤਾਂ ਹਰ ਪਿੰਡ 'ਚ ਉਹਦਾ ਘਰਾਓ ਜਾਂ ਵਿਰੋਧ ਹੁੰਦਾ ਜੀ। ਹਰਿਆਣੇ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਉੱਤਰਾਖੰਡ ਦੇ ਵਿੱਚ ਤੇ ਯੂਪੀ ਦੇ ਵਿੱਚ ਵੀ। ਔਰ ਯੂਪੀ ਦੇ ਵਿੱਚ ਜਿਹੜਾ ਉਹਨਾਂ ਦਾ ਯੂਨੀਅਨ ਮਿਨਿਸਟਰ ਹੈ ਹੁਣ, ਸੰਜੇ ਬਾਲੀਆਨ, ਉਹ ਇੱਕ ਬੜੀ ਬਾਲੀਆਨ ਖਾਪ ਹੈ ਜਿੱਥੋਂ, ਜਿਹੜੀ ਖਾਪ ਦੇ ਲੀਡਰ ਆਪਣੇ ਰਾਕੇਸ਼ ਟਕੈਤ ਜਾਂ ਇਹ ਗਰੁੱਪ ਇਹ ਹੈਗੇ ਨੇ ਔਰ ਜਿਨ੍ਹਾਂ ਨਾਲ ਜਿੱਤੇ, ਉਹਨੇ ਜਾਣ ਦੀ ਟਰਾਈ ਕੀਤੀ ਲੋਕਾਂ ਤੇ। ਲੋਕਾਂ ਮਗਰ ਪੈਂਦੇ ਉਹਦੇ ਦੇਖੇ ਨੇ ਵੀਡੀਓ ਜੋ ਲੋਕਾਂ ਨੇ ਦੇਖੀਆਂ ਨੇ ਕਿ ਲੋਕ ਉਹਨਾਂ ਨੂੰ ਖੜਨ ਨਹੀਂ ਦੇ ਰਹੇ। ਤੇ ਜੇ ਐਡੀ ਵੱਡੀ ਰਿਜੈਂਟਮੈਂਟ ਆ, ਉਸੇ ਤਬਕਾ ਸਭ ਤੋਂ ਬੜਾ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਯੂਪੀ ਦੇ ਵਿੱਚ, ਪੇਂਡੂ ਖੇਤਰ ਦੇ ਵਿੱਚ ਤਾਂ ਉਹਨਾਂ ਨੇ ਹੀ ਵੋਟਾਂ ਪਾਉਣੀਆਂ ਨੇ ਉਸ ਤਰੀਕੇ ਨਾਲ। ਉਹ ਸੰਕੇਤ ਇਹਦੇ 'ਚ ਮੈਨੂੰ ਲੱਗਦਾ ਕੋਈ ਦੋ ਰਾਹ ਹੋ ਨਹੀਂ ਸਕਦੀਆਂ ਕਿ ਉਹ ਜਿਹੜੀ ਕਿਸਾਨ ਅੰਦੋਲਨ ਦੀ ਨਾਰਾਜ਼ਗੀ ਹੈ ਉਹਦਾ ਖਮਿਆਜਾ ਬੀਜੇਪੀ ਨੂੰ ਭੁਗਤਣਾ ਹੀ ਪੈਣਾ ਸੀ। ਔਰ ਸ਼ਾਇਦ ਜੱਜਮੈਂਟ ਹੁਣ ਲੋਕਲ ਚੋਣਾਂ ਤੋਂ ਲੱਗ ਜਾਏਗੀ। ਔਰ ਲੋਕਲ ਚੋਣਾਂ ਤੋਂ ਜੇ ਪਹਿਲਾਂ ਹੀ ਬੀਜੇਪੀ ਥੋੜ੍ਹਾ ਬਹੁਤ ਚੇਤਦੀ ਜਾਂ ਆਪਣੇ ਹੇਠਲੇ ਆਗੂਆਂ ਦੀ ਗੱਲ ਸੁਣਦੀ ਕਿ ਅਸੀਂ ਜਾ ਨਹੀਂ ਪਾ ਰਹੇ, ਜਦੋਂ ਤੁਸੀਂ ਜਾ ਨਹੀਂ ਪਾ ਰਹੇ ਤੁਸੀਂ ਕੰਪੇਨ ਨਹੀਂ ਕਰ ਸਕਦੇ। ਮੰਨ ਲਓ ਤੁਸੀਂ ਜਾ ਕੇ ਆਪਣੀ ਗੱਲ ਤੁਹਾਡੀ ਸੁਣਨ ਨੂੰ ਕੋਈ ਤਿਆਰ ਨਹੀਂ ਹੈ ਤਾਂ ਤੁਹਾਨੂੰ ਵੋਟ ਕਿਵੇਂ ਪਾਊਗਾ? ਬਿਲਕੁਲ, ਇਹ ਤੱਕ ਸਿੱਧੀ ਜੀ ਗੱਲ ਹੈ। ਔਰ ਇਹ ਅੱਜ ਦੀ ਗੱਲ ਨਹੀਂ, 5 ਮਹੀਨੇ ਹੋ ਗਏ ਲਗਾਤਾਰ। ਖਾਸ ਤੌਰ ਤੇ ਜਿਹੜਾ 26 ਜਨਵਰੀ ਤੋਂ ਬਾਅਦ ਦਾ ਮਾਮਲਾ ਹੈ, ਉਦੋਂ ਤਾਂ ਯੂਪੀ ਨੇ ਕਾਫੀ ਜ਼ਿਆਦਾ ਟਕੈਤ ਦੇ ਹੰਝੂ ਜਿਹੜੇ ਸੀ ਕਿ ਜਦੋਂ ਤੋਂ ਕਹਿੰਦੇ ਨੇ 27-28 ਉਹਦੇ 'ਚ ਜਨਵਰੀ ਦੇ ਨੇੜੇ ਤੇੜੇ, ਉਦੋਂ ਤਾਂ ਬਹੁਤ ਵੱਡੇ ਪੱਧਰ ਤੇ ਉਦੋਂ ਤੋਂ ਵੱਡੀਆਂ ਮਹਾਪੰਚਾਇਤਾਂ ਹੋਈਆਂ ਨੇ ਯੂਪੀ ਦੇ ਵਿੱਚ ਜਾ ਕੇ। ਔਰ ਜਿਹੜੀਆਂ ਦੂਜੀਆਂ ਪਾਰਟੀਆਂ ਸੀ, ਚਾਹੇ ਉਹ ਅਜੀਤ ਸਿੰਘ ਦਾ ਰਾਸ਼ਟਰੀ ਲੋਕ ਦਲ ਸੀ, ਚਾਹੇ ਕੇਜਰੀਵਾਲ ਵੀ ਜਾ ਕੇ ਪੰਚਾਇਤ ਕਰਕੇ ਆਇਆ ਉੱਥੇ, ਵੱਖ-ਵੱਖ ਟਾਈਪ ਦੀਆਂ ਉਹ ਪਾਰਟੀਆਂ ਜਿਹੜੀਆਂ, ਚਾਹੇ ਕਾਂਗਰਸ ਨੇ ਵੀ ਕੀਤੀ, ਸਮਾਜਵਾਦੀ ਪਾਰਟੀ ਨੇ, ਉਹਨਾਂ ਦੀਆਂ ਕਿਸਾਨ ਮਹਾਪੰਚਾਇਤਾਂ 'ਚ ਲੋਕ ਕਿਸਾਨ ਵੱਡੇ ਪੱਧਰ ਤੇ ਆਉਂਦੇ ਰਹੇ, ਬੀਜੇਪੀ ਤੋਂ ਉਹ ਦੂਰ ਰਹਿੰਦੇ ਰਹੇ। ਇਹ ਗੱਲ ਪੱਕੀ ਹੈ ਕਿ ਹਾਲਾਂਕਿ ਜੇ ਕਿਸਾਨ ਅੰਦੋਲਨ ਨੇ, ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਸੀ ਕਿ ਅਸੀਂ ਉਹ 4 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਚ ਵੀ ਜਿੱਥੇ ਚੋਣਾਂ ਨੇ ਉੱਥੇ ਬੰਦੇ ਭੇਜਾਂਗੇ, ਭੇਜੇ ਵੀ, ਉੱਥੇ ਵੀ ਅਸਰ ਦਿਖਾਈ ਦਿੱਤਾ, ਐਸੀ ਗੱਲ ਨਹੀਂ ਹੈ। ਔਰ ਜਿਹੜਾ ABVP ਨਿਊਜ਼ ਹੈ ਜਿਹੜਾ ਬੰਗਾਲ ਤੋਂ ਸੰਚਾਲਿਤ ਹੁੰਦਾ ਬੇਸਿਕਲੀ, ਉਹਦਾ ਜਿਹੜਾ ਸਰਵੇ ਸੀ ਚੋਣਾਂ ਤੋਂ, ਵਿਧਾਨ ਸਭਾ ਚੋਣਾਂ ਤੋਂ ਲਗਭਗ 1 ਮਹੀਨੇ ਪਹਿਲਾਂ ਦੇ ਨੇੜੇ ਤੇੜੇ, ਉਦੋਂ ਲੋਕਾਂ ਤੋਂ ਇਹ ਕਹਿੰਦਾ ਸੀ ਉਹਦਾ ਸਰਵੇ ਕਿ 21% ਅਸਰ ਜਿਹੜਾ ਲੋਕ ਇਹ ਮਹਿਸੂਸ ਕਰਦੇ ਨੇ ਕਿ ਕਿਸਾਨ ਅੰਦੋਲਨ ਦਾ ਅਸਰ ਉਹਨਾਂ ਵੋਟਾਂ ਤੇ ਪੈਣਾ ਹੈ। ਲਾਸਟ ਤੱਕ ਕਿੰਨਾ ਪਿਆ ਨਹੀਂ ਪਿਆ ਉਹ ਤਾਂ ਕਿਉਂਕਿ ਸਮੁੱਚਤਾ 'ਚ ਦੇਖਦੇ ਹੁੰਦੇ ਨੇ ਕਿ ਕਿਹੜੀ ਗੱਲ ਨਾਲ ਜਿੱਤੀ ਬੀਜੇਪੀ ਦੀ ਹਾਰ ਤਾਂ ਹੋਈ ਹੈ, ਉਹਦੇ 'ਚ ਇਹਦਾ ਵੀ ਰੋਲ ਹੈ। ਪਰ ਪੰਚਾਇਤ ਚੋਣਾਂ 'ਚ ਤਾਂ ਡਾਇਰੈਕਟ ਹੀ ਵੋਟ ਪੇਂਡੂ ਬੰਦਾ ਪਾ ਰਿਹਾ, ਇਹਦੇ 'ਚ ਤਾਂ ਕੋਈ ਦੂਜੀ ਗੱਲ ਹੀ ਨਹੀਂ, ਹੋਰ ਕੋਈ ਏਜੰਡਾ ਨਹੀਂ, ਲੋਕਲ ਏਜੰਡੇ ਹੁੰਦੇ ਨੇ ਕਿਸਾਨੀ ਦੇ। ਤੇ ਇਸ ਕਰਕੇ ਯੂਪੀ ਦੇ ਵਿੱਚ ਜਿਹੜਾ ਬਿਨਾਂ ਸ਼ੱਕ ਜਿਹੜਾ ਕਿਸਾਨ ਅੰਦੋਲਨ ਨੇ ਜਾਂ ਸੰਯੁਕਤ ਮੋਰਚੇ ਨੇ ਸਟੈਂਡ ਲਿਆ ਹੁਣ ਵੀ, ਇਸੇ ਲਈ ਇਹ ਚੇਤਾਵਨੀ ਦਿੱਤੀ ਹੈ ਖੜ ਕੇ ਇਦੋਂ ਬਾਅਦ 5 ਰਾਜਾਂ ਤੋਂ ਬਾਅਦ ਕਿ ਜੇ ਅਜੇ ਵੀ ਸਾਡੀ ਗੱਲ ਨਾ ਸੁਣੀ ਤਾਂ ਯੂਪੀ ਅਗਲੇ ਸਾਲ ਇਲੈਕਸ਼ਨ ਹੋ ਰਹੀ ਹੈ, ਅਸੀਂ ਉੱਥੇ ਜਾਵਾਂਗੇ, ਲੋਕਾਂ ਨੂੰ ਪ੍ਰੇਰਿਤ ਕਰਾਂਗੇ, ਆਪਣੇ ਭਾਈਚਾਰੇ ਨੂੰ ਕਹਾਂਗੇ ਕਿ ਤੁਸੀਂ ਬੀਜੇਪੀ ਦੀ ਬਜਾਏ ਕਿਸੇ ਹੋਰ ਨੂੰ ਜਿਹਨੂੰ ਮਰਜ਼ੀ ਪਾ ਦਿਓ। ਹਾਲਾਂਕਿ ਉਹ ਅਲੱਗ-ਅਲੱਗ, ਕਿਉਂਕਿ ਤੁਰੰਤ ਦੀ ਇਹੀ ਗੱਲ ਹੈ ਕਿ ਇੱਕ ਜਿਹੜੇ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੁੰਦੇ ਹੋ, ਤੁਹਾਡਾ ਉਹਦੇ ਖਿਲਾਫ ਮਹਾਨ ਉਸ ਪੱਧਰ ਦੇ ਉੱਤੇ ਬਣ ਜਾਂਦਾ। ਔਰ ਇਹ ਅਲੱਗ ਗੱਲ ਹੈ ਕਿ ਕਈ ਗੱਲਾਂ ਇਹ ਵੀ ਸੋਚਣ ਵਾਲੀਆਂ ਨੇ ਲੰਬੇ ਦਾਅ ਤੋਂ ਕਿ ਜਿਹੜੀਆਂ ਦੂਜੀਆਂ ਧਿਰਾਂ ਵੀ ਨੇ, ਉਹਨਾਂ ਕੋਲ ਕੀ ਪ੍ਰੋਗਰਾਮ ਹੈ ਕਿਸਾਨੀ ਦੇ ਵਾਸਤੇ, ਉਹਨਾਂ ਕੋਲ ਕੀ ਪ੍ਰੋਗਰਾਮ ਹੈ ਦੇਸ਼ ਦੀ ਬੇਰੁਜ਼ਗਾਰੀ ਦੇ ਲਈ, ਉਹਨਾਂ ਕੋਲ ਕੀ ਪ੍ਰੋਗਰਾਮ ਹੈ ਕਰਜ਼ਾ ਜਾਂ ਖੁਦਕਸ਼ੀਆਂ ਨੂੰ ਦੂਰ ਕਰਨ ਦੇ ਲਈ, ਉਹਦੇ ਤੇ ਵੀ ਨਾਲ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਕਿ ਉਹਨਾਂ ਨੂੰ ਪੁੱਛਣਾ ਇਹ ਚਾਹੀਦਾ ਕਿ ਆਹ ਸਾਡਾ ਏਜੰਡਾ ਹੈ ਤੇ ਤੁਸੀਂ ਫੋਲੋ ਕਰਦੇ ਹੋ ਜਾਂ ਨਹੀਂ। ਉਹਨਾਂ ਤੋਂ ਤਾਂ ਕਰਾਉਣਾ ਹੀ ਚਾਹੀਦਾ, ਨਾਲ ਪ੍ਰੈਸ਼ਰ ਉਹਨਾਂ ਤੇ ਵੀ ਰੱਖਣਾ ਪਊਗਾ ਜਿਹੜੇ ਆਧਾਰ ਤੇ ਉਹ ਹੈ। ਹਾਲਾਂਕਿ ਮਤਲਬ ਜਿਹੜੀਆਂ ਇਲੈਕਸ਼ਨਾਂ ਲੜੀਆਂ ਗਈਆਂ ਨੇ ਇਹ ਯੂਪੀ 'ਚ ਵੀ, ਚਾਹੇ ਹੋਰ ਕਿਤੇ ਵੀ ਲੜੀਆਂ ਜਾ ਰਹੀਆਂ ਨੇ ਪੰਚਾਇਤੀ, ਉਹ ਆਪਣੇ ਹੀ ਏਜੰਡੇ ਤੇ ਵੀ ਨਹੀਂ ਲੜੀਆਂ ਜਾ ਰਹੀਆਂ ਬਹੁਤੀ ਵਾਰ, ਕਿਉਂਕਿ ਜਿਹੜੇ 29 ਡਿਪਾਰਟਮੈਂਟ ਦੇਣੇ ਨੇ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਨੂੰ, ਜਿਹੜਾ ਫੰਡ ਦੇਣਾ ਜ਼ਿਲ੍ਹਾ ਪ੍ਰੀਸ਼ਦ ਨੂੰ ਜਾਂ ਬਾਕੀ ਚੀਜ਼ਾਂ ਨੇ, ਉਹ ਘਾਟ ਹੈ ਬਹੁਤ ਵੱਡੀ ਹੈ। ਜੇ ਇਸ ਪੱਧਰ ਦੇ ਉੱਤੇ ਜਾਗਰੂਕਤਾ ਦੀ ਵੀ ਘਾਟ ਹੈ ਉਹਨਾਂ ਨੁਮਾਇੰਦਿਆਂ ਦੇ ਵਿੱਚ, ਉਹ ਚੀਜ਼ਾਂ ਵੀ ਵਿਚਾਰਨਯੋਗ ਨੇ। ਜੀ ਹਮੀਰ ਸਿੰਘ ਜੀ, ਪੰਚਾਇਤੀ ਚੋਣਾਂ ਦੇ ਨਤੀਜੇ ਤਾਂ ਹੁਣ ਸਭ ਦੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ। ਜੇਕਰ ਗੱਲ ਕਰੀਏ ਤਾਂ ਅਗਲੇ ਸਾਲ ਇਹ ਯੂਪੀ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਨੇ, ਕੀ ਕਿਸਾਨ ਅੰਦੋਲਨ ਦਾ ਅਸਰ ਜਾਂ ਇਸ ਤਰ੍ਹਾਂ ਹੀ ਲੋਕਾਂ ਦੇ ਜਿਹੜੇ ਨਾਰਾਜ਼ਗੀ ਹੈਗੀਆਂ ਉਦੋਂ ਵੀ ਦੇਖਣ ਨੂੰ ਮਿਲੇਗੀ? ਹਾਂ ਬਿਲਕੁਲ, ਬੀਜੇਪੀ ਨੇ ਜਿਹੜਾ ਪਿੱਛੇ ਕਿਸਾਨ ਅੰਦੋਲਨ ਨੇ ਕੀ ਕੀਤਾ, ਫਰਕ ਕਿਵੇਂ ਪੈ ਰਿਹਾ ਹੈ?
ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਬੀਜੇਪੀ ਕਰਦੀ ਰਹੀ ਹੈ ਤੇ ਬੀਜੇਪੀ ਇੱਕ ਗੱਲ 'ਚ ਕਾਮਯਾਬ ਹੋ ਗਈ ਸੀ, ਜਿਹੜੀ ਹਿੰਦੂ ਬਹੁ ਗਿਣਤੀ ਹੈ ਉਹਨਾਂ ਤੇ ਮੁਸਲਮ ਧਿਰ ਦੇ ਵਿੱਚ ਖੱਪਾ ਪਾਉਣ ਦੇ ਲਈ ਉਹ ਇਹ ਜਚਾਉਣ 'ਚ ਕਾਮਯਾਬ ਹੋ ਗਈ ਕਿ ਸਮਾਜਵਾਦੀ ਪਾਰਟੀ ਜਾਂ ਬੀਐਸਪੀ ਜਿਹੜੇ ਇਹ ਨੇ, ਇਹ ਮੁਸਲਮ ਅਪੀਚਮੈਂਟ ਦੀ ਗੱਲ, ਮਤਲਬ ਮੁਸਲਮਾਨਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ, ਹਿੰਦੂਆਂ ਵੱਲ ਬੇਧਿਆਨੀ ਕਰ ਰਹੇ ਨੇ। ਤੇ ਇਸੇ ਕਰਕੇ ਬੀਜੇਪੀ ਇਸ ਪੱਤੇ ਤੇ ਖੇਡੀ। ਇਸ ਪੱਤੇ ਤੋਂ ਅਯੁੱਧਿਆ ਦਾ ਰਾਮ ਮੰਦਿਰ ਵੀ ਆਇਆ, ਇਸੇ ਪੱਤੇ ਦੇ ਵਿੱਚੋਂ ਹਜੂਮੀ ਹਿੰਸਾ ਵੀ ਆਈ, ਇਸੇ ਪੱਤੇ ਦੇ ਵਿੱਚੋਂ ਲਵ ਜਹਾਦ ਵੀ ਆਇਆ, ਇਸੇ ਪੱਤੇ ਦੇ ਵਿੱਚੋਂ ਗਊ ਮਾਸ ਦੇ ਕਰਕੇ ਵੀ ਇੱਕ ਤੁਸੀਂ ਮਾਈਂਡ ਸੈਟ ਡਿਵੈਲਪ ਕੀਤਾ। ਉਹ ਸਾਰੇ ਮਾਈਂਡ ਸੈਟ ਨੇ ਇੱਕ ਦੰਗੇ ਖਰਾਏ। ਖਾਸ ਤੌਰ ਤੇ ਮੁਜ਼ੱਫਰਪੁਰ ਦਾ ਦੰਗਾ ਤਾਂ ਬਿਲਕੁਲ ਹੈ ਕਿ ਉਹਦੇ 'ਚ ਕਿਸਾਨ ਵੀ, ਜਿਹੜਾ ਮੁਸਲਮ ਕਿਸਾਨ ਤੇ ਜਿਹੜਾ ਹਿੰਦੂ ਕਿਸਾਨ, ਉਹ ਵੀ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਹੁਣ ਇਸ ਕਿਸਾਨ ਅੰਦੋਲਨ 'ਚ ਸਭ ਤੋਂ ਬੜਾ ਕੰਮ ਇਹ ਹੋਇਆ ਕਿ ਉਹ ਜਿਹੜੇ ਮੁਸਲਮ ਤੇ ਹਿੰਦੂ ਕਿਸਾਨ ਲੀਡਰ ਸੀ ਉਹ ਗਲ ਮਿਲਣ ਲੱਗ ਗਏ ਕਿ ਸਾਡੇ ਤੋਂ ਬਹੁਤ ਜ਼ਿਆਦਾ ਗਲਤੀ ਹੋਈ, ਅਸੀਂ ਮਿਲ ਕੇ ਹੁਣ ਇਹ ਐਜੀਟੇਸ਼ਨ ਲੜਾਂਗੇ, ਔਰ ਮਿਲ ਕੇ ਐਜੀਟੇਸ਼ਨ ਲੜਨ ਲੱਗ ਗਏ। ਤੇ ਜਿਹੜਾ ਉਹਨਾਂ 'ਚ ਖੱਪਾ ਸੀ, ਹੁਣ ਉਹ ਪਛਾਣ ਹਿੰਦੂ ਤੇ ਮੁਸਲਮ ਦੀ ਬਜਾਏ ਕਿਸਾਨ ਪਛਾਣ ਬਣ ਗਈ। ਜਦੋਂ ਪਛਾਣ ਕਿੱਤਾ ਬਣ ਜਾਂਦਾ ਹੈ ਤਾਂ ਉਹ ਜੋੜਦਾ ਹੈ, ਤੇ ਜਦੋਂ ਪਛਾਣ ਧਰਮ ਬਣ ਜਾਂਦਾ ਤਾਂ ਕਈ ਵਾਰ ਤੋੜਦਾ ਹੈ। ਜੇਕਰ ਤੁਸੀਂ ਆਪਸ ਦੇ ਵਿੱਚ, ਇਹ ਵੱਡਾ ਫਰਕ ਦਿਖਾਈ ਦਿੱਤਾ ਪੂਰੇ ਯੂਪੀ ਦੇ ਕਿਸਾਨ ਅੰਦੋਲਨ ਦੇ ਵਿੱਚ। ਇਹਦੇ ਨਾਲ ਬੀਜੇਪੀ ਦੀ ਜਿਹੜੀ ਉਹ ਵਿਚਾਰਧਾਰਾ ਹੈ ਹਿੰਦੂਤਵ ਦੀ, ਉਹਨੂੰ ਸੱਟ ਵੱਜੀ ਹੈ ਤੇ ਲੋਕਾਂ ਦਾ ਏਕਾ ਕਾਇਮ ਹੋਇਆ। ਤੇ ਨਾਲ ਦੀ ਨਾਲ ਦੂਜੀ ਗੱਲ ਕਿਸਾਨ ਅੰਦੋਲਨ ਨੇ ਇਹ ਕੀਤੀ ਹੈ ਕਿ ਜਿਹੜੀਆਂ ਧੜੇਬੰਦੀਆਂ ਪਿੰਡਾਂ 'ਚ ਵੀ ਸੀਗੀਆਂ ਪਾਰਟੀਆਂ ਦੀਆਂ, ਉਹਨੂੰ ਵੀ ਇੱਕ ਹੱਦ ਤੱਕ ਘਟਾਇਆ, ਲੋਕਾਂ ਨੂੰ ਇਕੱਠੇ ਕੀਤਾ ਹੈ। ਉਹ ਕਹਿੰਦੇ ਵੀ ਨਹੀਂ, ਆਪਾਂ ਕਿਸਾਨ ਅੰਦੋਲਨ ਦਾ ਝੰਡਾ ਲਾਉਂਦੇ ਹਾਂ, ਛੱਡੋ ਪਾਰਟੀਆਂ ਦੇ ਝੰਡੇ। ਔਰ ਉਸ ਆਧਾਰ ਦੇ ਉੱਤੇ ਵੀ ਇਹਦਾ ਅਸਰ ਪਿਆ। ਤਾਂ ਲਾਜ਼ਮੀ ਹੈ ਜਦੋਂ ਇਹ ਅਸਰ ਹੈ ਤਾਂ ਇਹ ਅਸਰ ਬਾਈ ਤਾਂ ਬਹੁਤਾ ਦੂਰ ਹੈ ਨਹੀਂ, ਹੁਣ ਤੋਂ ਹੀ ਚੋਣ ਪ੍ਰਚਾਰ ਸ਼ੁਰੂ ਹੋ ਜਾਣਾ। ਜੇ ਇਹ ਮਸਲਾ ਹੱਲ ਨਹੀਂ ਹੁੰਦਾ, ਜੇ ਗਵਰਨਮੈਂਟ ਕਿਸਾਨਾਂ ਨਾਲ ਗੱਲ ਕਰਕੇ ਇਹਦਾ ਨਿਬੇੜਾ ਨਹੀਂ ਕਰਦੀ, ਤਾਂ ਬਿਨਾਂ ਸ਼ੱਕ ਯੂਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਦਾ ਬੀਜੇਪੀ ਤੇ ਅਸਰ ਪਊਗਾ ਤੇ ਉਹਨੂੰ ਉਹਦਾ ਜਿਹੜਾ ਖਮਿਆਜਾ ਭੁਗਤਣਾ ਪਊਗਾ। ਜੀ ਹਮੀਰ ਸਿੰਘ ਜੀ, ਇਹ ਤਾਂ ਗੱਲ ਸੀ ਯੂਪੀ ਦੀ ਪੰਚਾਇਤ ਚੋਣਾਂ ਦੀ। ਜੇਕਰ ਹੁਣ ਗੱਲ ਕਰੀਏ, ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਰੋਜ਼ ਜਿਹੜੇ ਹੈਗੇ ਲੱਖਾਂ ਕੇਸ ਪੋਜ਼ਿਟਿਵ ਆ ਰਹੇ ਨੇ, ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਦੇਸ਼ ਦੇ ਵਿੱਚ ਆਕਸੀਜਨ ਲਈ ਹਾਹਾਕਾਰ ਮੱਚੀ ਹੋਈ ਹੈ। ਸਰਕਾਰਾਂ ਵੱਲੋਂ ਲਏ ਗਏ ਫੈਸਲੇ ਵੀ ਜਿਹੜੇ ਹੈਗੇ ਉਹ ਕਾਮਯਾਬ ਨਹੀਂ ਹੋ ਪਾ ਰਹੇ। ਉਹ ਜਿਹੜੇ ਹੈਗੇ ਆ, ਸਰਕਾਰ ਨੂੰ ਕਿਸੇ ਤਰ੍ਹਾਂ ਦੀ ਅਸਫਲਤਾ ਜਿਹੜੀ ਹੈਗੀ ਸਾਹਮਣਾ ਕਰਨਾ ਪੈ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਜੋ ਦੇਸ਼ ਦੇ ਵਿੱਚ ਹਾਲਾਤ ਬਣੇ ਹੋਏ ਨੇ, ਸੂਬੇ ਆਪਣੇ ਪੱਧਰ ਤੇ ਤਾਲਾਬੰਦੀਆਂ ਕਰ ਰਹੇ ਨੇ, ਉਹਨਾਂ ਤਾਲਾਬੰਦੀਆਂ ਦਾ ਵਪਾਰੀ ਜਿਹੜੇ ਹੈਗੇ ਵਿਰੋਧ ਕਰ ਰਹੇ ਨੇ, ਵੀ ਕਿ ਇਹਨਾਂ ਸਭ ਤੋਂ ਕਿਵੇਂ ਨਜਿੱਠਣ ਦੇ ਵਿੱਚ ਸਰਕਾਰਾਂ ਕਾਮਯਾਬ ਹੋ ਸਕਣਗੀਆਂ? ਅਸਲ ਦੇ ਵਿੱਚ ਤਾਂ ਸਰਕਾਰਾਂ ਤਾਂ ਲਾਚਾਰ ਦਿਖਾਈ ਦੇ ਰਹੀਆਂ ਨੇ, ਕਿਤੇ ਦਿਖਾਈ ਨਹੀਂ ਦੇ ਰਹੀਆਂ। ਔਰ ਕੱਲ੍ਹ ਹੀ ਇੱਕ ਰਿਪੋਰਟ ਟੀਵੀ ਤੇ ਦਿਖਾਈ ਜਾ ਰਹੀ ਸੀ ਕਿ ਹਸਪਤਾਲ ਦੇ ਵਿੱਚ ਤੁਸੀਂ ਕਹਿੰਦੇ ਹੋ ਵੈਂਟੀਲੇਟਰ, ICU ਤੇ ਬਾਕੀ ਬਿਜਲੀ ਉਹ ਹੈ ਨਹੀਂ ਉੱਥੇ। ਜੇ ਬਿਜਲੀ ਉਹ ਹੈ ਨਹੀਂ ਤਾਂ ਨਾ ਉੱਥੇ ਡਾਕਟਰ ਸੀਗਾ, ਬੈੱਡ ਹੈਗਾ, ਤੇ ਕੀ ਕਰੂਗਾ ਉੱਥੇ ਬੈਠ ਕੇ? ਜਿੱਥੇ ਬਿਜਲੀ ਨਹੀਂ ਹੈ, ਉੱਥੇ ਮਸ਼ੀਨ ਹੋਏ ਵੀ, ਬਾਕੀ ਚੀਜ਼ਾਂ ਹੋਣ ਵੀ, ਤਾਂ ਵੀ ਤੁਸੀਂ ਕੀ ਕਰ ਲਓਗੇ? ਮਤਲਬ ਹਾਲਾਤ ਤਾਂ ਉਸ ਪੱਧਰ ਦੇ ਉੱਤੇ ਗਏ ਹੋਏ ਨੇ। ਔਰ ਦੂਜੀ ਗੱਲ, ਕੇਵਲ ਤਾਲਾਬੰਦੀ ਨੂੰ ਹੀ ਹੱਲ ਮਹਿਸੂਸ ਕਰਨਾ, ਉਹਦੇ ਨਾਲ ਬੇਚੈਨੀ ਸੁਭਾਵਕ ਹੈ। ਜੇ ਪੰਜਾਬ ਦੀ ਗੱਲ ਕਰੋ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੱਜ ਵੱਡੇ ਪੱਧਰ ਤੇ ਵਪਾਰੀਆਂ ਨੇ ਸੜਕ ਤੇ ਆ ਕੇ, ਬਾਜ਼ਾਰਾਂ ਦੇ ਵਿੱਚ ਬੈਠ ਕੇ ਧਰਨੇ ਦਿੱਤੇ ਨੇ, ਔਰ ਸਰਕਾਰਾਂ ਨੂੰ ਕਿਹਾ ਕਿ ਦੱਸੋ ਤੁਸੀਂ ਸਾਡੀ ਰੋਜੀ ਰੋਟੀ ਦਾ ਫਿਰ ਕੀ ਪ੍ਰਬੰਧ ਕਰਦੇ ਹੋ। ਉਹਨਾਂ ਨੇ ਸਵਾਲ ਪੈਦਾ ਕੀਤਾ ਕਿ ਜੇ ਤੁਸੀਂ ਐਸੇ ਤਰੀਕੇ ਨਾਲ ਕਰਨਾ ਹੈ, ਪਹਿਲਾ ਸਵਾਲ ਤਾਂ ਲੌਜੀਕਲ, ਕਿ ਜੇ ਤੁਸੀਂ ਜ਼ਰੂਰੀ ਸੇਵਾਵਾਂ ਦੀਆਂ ਜਿਹੜੀਆਂ ਗੱਲ ਕਰਦੇ ਹੋ ਕਿ ਇਹ ਖੋਲ੍ਹਣੀਆਂ ਨੇ ਜਾਂ ਬਾਕੀ ਨਹੀਂ ਖੋਲ੍ਹਣੀਆਂ, ਤੇ ਜੇ ਤੁਸੀਂ ਇਹ ਕਹਿਤਾ ਢਾਬੇ ਨੂੰ, ਮਤਲਬ ਵੀ ਤੁਸੀਂ ਘਰ 'ਚ ਰੋਟੀ ਲੈ ਕੇ ਜਾ ਸਕਦਾ, ਤੁਹਾਡੇ ਉੱਥੇ ਬੈਠ ਕੇ ਨਹੀਂ ਖਾ ਸਕਦਾ। ਪਹਿਲੀ ਗੱਲ ਤਾਂ ਉਹ ਕਹਿੰਦੇ ਨੇ ਜਿਹੜੇ ਬੰਦੇ ਘਰ 'ਚ ਉਹਨਾਂ ਦੇ ਰੋਟੀ ਦੇ ਕੇ ਆਇਆ ਕਰਨਗੇ, ਕੀ ਉਹਦੇ ਤੋਂ ਨਹੀਂ ਇਹ ਵਾਇਰਸ ਫੈਲ ਸਕਦਾ? ਬਿਲਕੁਲ, ਉਹ ਤੁਹਾਡੇ ਕਿਤੋਂ ਵੀ ਹੋ ਕੇ ਜਾਂਦਾ, ਤੁਹਾਨੂੰ ਕੀ ਗਰੰਟੀ ਹੈ ਕਿ ਉਹਦੇ ਨਾਲੋਂ ਵਾਇਰਸ ਨਹੀਂ ਫੈਲੇਗਾ? ਦੂਜੀ ਗੱਲ, ਸਾਡਾ ਤੁਸੀਂ ਪ੍ਰੋਟੋਕੋਲ ਚੈੱਕ ਕਰੋ। ਜੇ ਕਿਸੇ ਦੁਕਾਨ ਤੇ 4 ਬੰਦੇ ਹੀ ਆਉਣੇ ਨੇ, 2 ਆਉਂਦੇ ਨੇ, ਮਾਸਕ ਪਾਇਆ ਜਾਂ ਨਹੀਂ ਪਾਇਆ, ਤੁਸੀਂ ਇਹਦੇ ਤੇ ਤਾਂ ਮਤਲਬ ਪੁਲਿਸ ਆਲੇ ਦੁਆਲੇ ਚੈੱਕ ਕਰ ਸਕਦੀ ਹੈ। ਪਰ ਜੇ ਅਸੀਂ ਉਹਨੂੰ ਨਹੀਂ ਫੋਲੋ ਕਰਦੇ ਤਾਂ ਕਰ ਸਕਦੀ ਹੈ। ਤੁਸੀਂ ਐਵੇਂ ਹੀ ਬੰਦ ਕਰ ਦੋਗੇ ਤਾਂ ਸਾਡੀ ਰੋਜੀ ਰੋਟੀ ਦਾ ਸਵਾਲ ਹੈ। ਅੱਧੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਕਿਰਾਏ ਤੇ ਨੇ, ਤੇ ਸਾਡਾ ਕਿਰਾਇਆ ਟੁੱਟ ਗਿਆ ਤਾਂ ਕਿਰਾਇਆ ਕੌਣ ਦੇਗਾ? ਨਾਲ ਉਹ ਅਲਟਰਨੇਟਿਵ ਗਵਰਨਮੈਂਟ ਨੂੰ ਇਹ ਕਹਿ ਰਹੇ ਨੇ ਸਾਡੇ ਬਿਜਲੀ ਦੇ ਬਿੱਲ, ਸਾਡੇ ਬੱਚਿਆਂ ਦੀ ਫੀਸ, ਸਾਡੀਆਂ ਸਿਹਤ ਦੀਆਂ ਸਮੱਸਿਆਵਾਂ, ਇਹਦੀ ਗਰੰਟੀ ਗਵਰਨਮੈਂਟ ਲੈ ਲੇ ਕਿ ਜੇ ਤੁਹਾਨੂੰ ਇਸ ਦੌਰਾਨ ਇਹ ਤਕਲੀਫਾਂ ਆਉਂਦੀਆਂ ਨੇ, ਅਸੀਂ ਮੁਫਤ ਤੁਹਾਡੀਆਂ ਇਹ ਅਦਾ ਕਰਾਂਗੇ। ਠੀਕ ਹੈ, ਤੁਸੀਂ ਲਾ ਲਓ ਜੀ। ਤੇ ਜੇ ਦੁਕਾਨਦਾਰ ਇੱਕ ਇਹ ਦਲੀਲ ਦੇ ਰਹੇ ਨੇ ਕਿ ਜਿਹੜਾ ਬਿਜ਼ਨਸ ਹੈ ਜਾਂ ਵਪਾਰ ਵੀ ਹੁੰਦਾ ਹੈ, ਜੇ ਉਹ ਮਹੀਨਾ 20 ਦਿਨ ਬੰਦ ਰਹਿ ਜਾਂਦਾ ਤਾਂ ਇੱਕ ਚੇਨ ਟੁੱਟ ਜਾਂਦੀ ਹੈ, ਮੁੜ ਕੇ ਕਈਆਂ ਤੋਂ ਦੁਬਾਰਾ ਖੜਾ ਹੋਣ ਦੀ ਪੋਜੀਸ਼ਨ 'ਚ ਨਹੀਂ ਰਹਿੰਦੇ। ਕਈਆਂ ਕੋਲ ਉਨੀ ਕੇ ਪੂੰਜੀ, ਉਨੀ ਕੇ ਗੱਲ ਹੁੰਦੀ ਹੈ, ਉਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਔਰ ਇਸੇ ਤਰ੍ਹਾਂ ਲੇਬਰ ਹੈ, ਜਿਹੜੇ ਬੰਦੇ ਕਰਿੰਦੇ ਨੇ, ਕੰਮ ਕਰਦੇ ਨੇ, ਰੋਜ਼ ਕਰਕੇ ਖਾਂਦੇ ਨੇ, ਕੋਈ ਰੇਹੜੀ ਵਾਲਾ, ਕੋਈ ਫੜੀ ਵਾਲਾ, ਕੋਈ ਕੁਛ ਵੱਖ-ਵੱਖ ਟਾਈਪ ਦੇ ਤਰੀਕੇ ਨੇ, ਤਾਂ ਉਹਨਾਂ ਦੀ ਰੋਜੀ ਰੋਟੀ ਕਿਵੇਂ ਚੱਲੇਗੀ? ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਤੁਸੀਂ ਕੀ ਕੀਤਾ ਹੈ? ਉਹਨਾਂ ਦੇ ਘਰ ਕੋਈ ਉਹਨਾਂ ਦੇ ਖਾਤਿਆਂ 'ਚ ਪੈਸਾ ਪਾਇਆ, ਉਹਨਾਂ ਦੇ ਘਰ ਕੋਈ ਭੇਜ ਰਹੇ ਹੋ ਖਾਣ ਪੀਣ ਦਾ ਸਮਾਨ? ਇੱਧਰ ਤਾਂ ਕੋਈ ਧਿਆਨ ਨਹੀਂ ਹੈ।
ਇਹ ਜਿਹੜੇ ਸਵਾਲ ਨੇ ਇਹਨਾਂ ਸਵਾਲਾਂ ਨੂੰ ਐਡਰੈਸ ਕਰਨਾ ਪਏਗਾ ਗਵਰਨਮੈਂਟ ਨੂੰ। ਔਰ ਨਹੀਂ ਤਾਂ ਇਹ ਹੈ ਕਿ ਜਿਹੜਾ ਆਰਥਿਕ ਮੁੱਦਾ ਹੁੰਦਾ ਹੈ ਤੇ ਮਜ਼ਦੂਰੀ ਦਾ ਜਾਂ ਖਾਦ ਖੁਰਾਕ ਦੇ ਜਿਹੜੇ ਲੋਕਾਂ ਦੇ ਸਵਾਲ ਹੁੰਦੇ ਨੇ ਜਾਂ ਵਪਾਰੀ ਦੀ ਜਿਹੜੀ ਸੰਵੇਦਨਸ਼ੀਲਤਾ ਹੁੰਦੀ ਹੈ, ਉਹ ਦੂਜੇ ਕਿਸੇ ਵੀ ਮੁੱਦੇ ਤੋਂ ਜ਼ਿਆਦਾ ਬੇਚੈਨੀ ਦੇ ਨਾਲ ਨਵੀਂ ਸਮੱਸਿਆ ਪੈਦਾ ਕਰਨ ਦੀ ਹਾਲਤ ਦੇ ਵਿੱਚ ਹੁੰਦੀ ਹੈ ਫਿਰ, ਔਰ ਉਹ ਨਹੀਂ ਸੁਲਝਣੀ ਸਰਕਾਰਾਂ ਤੋਂ। ਇਸ ਲਈ ਇੱਕ ਕੰਪੈਕਟ ਪਾਲਿਸੀ ਬਣਾਉਣੀ ਚਾਹੀਦੀ ਹੈ, ਜਿਹੜੀ ਪਾਲਿਸੀ ਦੇ ਨਾਲ ਲੋਕਾਂ ਦਾ ਸਹਿਯੋਗ ਤਾਂ ਮਿਲੂਗਾ ਜੇਕਰ ਇਸ ਪਾਸੇ ਵੱਲ ਧਿਆਨ ਦਿੱਤਾ ਜਾਊ, ਉਹਨਾਂ ਦੀ ਸੁਣੀ ਜਾਊ। ਔਰ ਹੁਣ ਕਿਉਂਕਿ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਆਕਸੀਜਨ ਦਾ ਸਿਲੰਡਰ ਨਹੀਂ ਮਿਲਣਾ, ਬਹੁਤ ਸਾਰੇ ਬਾਰਸੂਖ ਪਰਿਵਾਰ ਜਿਹੜੇ ਨੇ ਉਹ ਇਹ ਕਰਨ ਲੱਗ ਗਏ, ਆਪਣੇ ਆਪਣੇ ਲੈਵਲ ਤੇ ਸਿਲੰਡਰ ਖਰੀਦ ਕੇ ਘਰਾਂ 'ਚ ਰੱਖਣ ਲੱਗ ਗਏ, ਕਿਉਂਕਿ ਉਹਨਾਂ ਨੂੰ ਪਤਾ, ਹਾਲਾਂਕਿ ਉਹਨਾਂ ਨੂੰ ਕਰੋਨਾ ਨਹੀਂ ਹੈ, ਕੋਈ ਪਹਿਲੀ ਸਟੇਜ 'ਚ ਹੀ ਹੈ, ਕੋਈ ਨਹੀਂ ਹੈ ਉਸ ਲੈਵਲ ਤੇ, ਉਹਨੂੰ ਡਰ ਹੈ ਵੀ ਜੇ ਮੈਨੂੰ ਲੋੜ ਪੈਗੀ ਤਾਂ ਮੈਨੂੰ ਮਿਲੂਗਾ ਨਹੀਂ, ਕਿਉਂਕਿ ਵੱਡਿਆਂ ਨੂੰ ਜੇ ਸਰਕਾਰ ਇਹ ਭਰੋਸਾ ਨਹੀਂ ਜਚਾ ਸਕਦੀ ਕਿ ਕੋਈ ਗੱਲ ਨਹੀਂ ਜਦ ਤੈਨੂੰ ਲੋੜ ਪੈਗੀ ਮਿਲੂਗਾ, ਤਾਂ ਕਾਲਾ ਬਾਜ਼ਾਰੀ ਹੋਣਾ ਸੁਭਾਵਿਕ ਹੈ। ਬਿਲਕੁਲ ਇਹ ਭਰੋਸਾ ਉੱਠ ਰਿਹਾ, ਜਿਹਦੇ ਕਰਕੇ ਸਭ ਤੋਂ ਬੜਾ ਸੰਕਟ ਇਹ ਹੈ ਕਿ ਨਾ ਕੇਂਦਰ ਦੀ ਸਰਕਾਰ ਤੇ ਨਾ ਸੂਬਿਆਂ ਨੂੰ ਨਾਲ ਲੈ ਕੇ ਨਾ ਵੱਖ ਲੋਕਾਂ ਦਾ ਭਰੋਸਾ ਬਹਾਲੀ ਵਾਲਾ ਜੇ ਕਦਮ ਨਹੀਂ ਉਠਾਉਂਦੀ ਨਜ਼ਰ ਆ ਰਹੀ। ਜੀ ਹਮੀਰ ਸਿੰਘ ਜੀ, ਇੱਕ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ, ਸਰਕਾਰ ਤੇ ਸਵਾਲ ਖੜਾ ਹੋ ਰਿਹਾ ਵੀ ਕਿ ਲੋਕ ਕਹਿ ਰਹੇ ਨੇ ਵੀ ਕਿ ਸਰਕਾਰ ਨੇ ਕਿਹਾ ਵੀ ਕਿ ਜ਼ਰੂਰੀ ਸਮਾਨ ਦੀਆਂ ਵਸਤੂਆਂ ਦੀ ਜਿਹੜੀ ਦੁਕਾਨਾਂ ਖੁੱਲਣਗੀਆਂ, ਵੀ ਕਿ ਜਿੰਨੀਆਂ ਵੀ ਦੁਕਾਨਾਂ ਨੇ ਉਹ ਕਿਸੇ ਨਾ ਕਿਸੇ ਹੱਦ ਤੱਕ ਕਿਸੇ ਨਾ ਕਿਸੇ ਦੀ ਜ਼ਰੂਰਤ ਪੂਰੀਆਂ ਕਰਦੀਆਂ ਨੇ, ਵੀ ਕਿ ਇਹ ਸਰਕਾਰ ਕੌਣ ਹੁੰਦੀ ਹੈ ਤੈਅ ਕਰਨ ਵਾਲੀ ਵੀ ਕਿ ਇਹ ਜ਼ਰੂਰੀ ਸਮਾਨ ਦੀ ਵਸਤੂ ਦੀ ਦੁਕਾਨ ਹੈ ਜਿਹੜੀ ਜਾਂ ਇਹ ਗੈਰ ਜ਼ਰੂਰੀ ਹੈ? ਨਹੀਂ, ਬਿਲਕੁਲ ਲੋਕਾਂ ਦੀ ਜ਼ਰੂਰਤ ਕਿਸੇ ਸਮੇਂ ਕਿਸੇ ਬੰਦੇ ਦੀ ਜ਼ਰੂਰਤ ਬਹੁਤ ਆਮ ਚੀਜ਼ ਹੋ ਸਕਦੀ ਹੈ ਜਿਹੜੀ ਸਾਨੂੰ ਲੱਗਦੀ ਹੈ ਕਿ ਉਹ ਗੈਰ ਜ਼ਰੂਰੀ ਹੈ, ਜਨਰਲੀ ਚੀਜ਼ਾਂ ਵੀ ਹੋ ਸਕਦੀਆਂ ਨੇ। ਉਹ ਤੁਹਾਨੂੰ ਇਕੱਲੇ ਬੈਠੇ ਕੀ ਪਤਾ, ਇਹ ਮੰਨ ਲਓ ਇੱਕ ਗੱਲ ਇੰਨੀ ਹੈ ਮੋਟੀ ਕਿ ਤੁਸੀਂ ਕਾਰ 'ਚ 2 ਬੰਦੇ ਜਾਓਗੇ ਜੀ, ਕਾਰ 'ਚ 2 ਬੰਦੇ ਦੀ ਮਾਨਸਿਕਤਾ ਕਿੱਥੋਂ ਆਈ ਹੋਈ ਹੈ? ਇਹ ਉੱਥੋਂ ਆਈ ਹੈ ਹਾਈ ਜੈਂਟਰੀ, ਜਿਹਦੇ ਕੋਲ ਇੱਕ ਡਰਾਈਵਰ ਹੈ, ਦੂਜੇ ਨੇ ਪਿੱਛੇ ਬੈਠਣਾ ਹੁੰਦਾ ਬਸ, ਤੇ ਜਿਹੜਾ ਵੱਡੇ ਬੰਦੇ ਨੇ ਪਿੱਛੇ ਬੈਠਣਾ, ਐਮਐਲਏ ਪਿੱਛੇ ਬਹਿ ਜਾਊਗਾ, ਅਫਸਰ ਪਿੱਛੇ ਬਹਿ ਜਾਊਗਾ। ਪਰ ਆਮ ਆਦਮੀ ਨੇ ਤਾਂ ਉਸੇ ਤਰੀਕੇ ਨਾਲ ਜਾਣਾ। ਜੇ ਉਹ ਘਰ 'ਚ ਪਤੀ ਪਤਨੀ ਇਕੱਠੇ ਰਹਿੰਦੇ ਨੇ ਤੇ ਬੱਚੇ ਨੇ, ਜੇ ਉਹ 4 ਕਾਰ 'ਚ ਚਲੇ ਜਾਂਦੇ ਨੇ, ਬਾਹਰ ਕੁਝ ਨਹੀਂ ਕਰਦੇ, ਤਾਂ ਕੀ ਹਰਜ ਹੈ? ਇਹ ਲੋਕ ਇਹ ਤਾਂ ਦੇਖਦੇ ਹੀ ਨੇ ਨਾ ਕਿਉਂ। ਔਰ ਮੋਟਰਸਾਈਕਲ ਤੇ ਤੁਸੀਂ 2 ਬੰਦੇ ਹੀ ਜਾ ਸਕਦੇ ਹੋ, ਇੱਕ ਬੰਦਾ ਹੀ ਜਾ ਸਕਦਾ। ਉਹ ਬੰਦੇ ਕੋਲ ਤਾਂ ਸਵਾਰੀ ਉਹ ਮੋਟਰਸਾਈਕਲ ਦੀ ਹੈ, ਇਕੱਲੀ ਉਹ ਹੈ, ਤੇ ਜੇ ਉਹਨੂੰ ਕੋਈ ਐਮਰਜੈਂਸੀ ਹੈ, ਦੂਜਾ ਬੰਦਾ ਫੜ ਕੇ ਲਿਜਾਣਾ ਹੈ, ਤਾਂ ਉਹ ਕੀ ਕਰੇਗਾ? ਇਸ ਲਈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ, ਔਰ ਕਈ ਉਦੋਂ ਵੀ ਸੈਂਸਿਟਿਵ ਗੱਲਾਂ ਵੀ ਨੇ, ਸੀਰੀਅਸ ਗੱਲਾਂ ਵੀ ਨੇ। ਲੋਕ ਇਹ ਸਵਾਲ ਵੀ ਉਠਾਉਂਦੇ ਨੇ ਸੁਭਾਵਿਕ ਤਰੀਕੇ ਦੇ ਨਾਲ ਕਿ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਰਜਿੰਦਰਾ ਹਸਪਤਾਲ 'ਚ 34 ਮੌਤਾਂ ਹੋ ਗਈਆਂ, ਸੰਗਰੂਰ 16 ਮੌਤਾਂ ਹੋ ਗਈਆਂ, ਅਲੱਗ-ਅਲੱਗ ਨੇ। ਔਰ ਮੌਤ ਤੋਂ ਬਾਅਦ ਸਭ ਤੋਂ ਜ਼ਰੂਰੀ ਚੀਜ਼ ਲੋਕ ਕਫਨ ਲੱਭਦੇ ਨੇ। ਤੁਸੀਂ ਸਾਰੀਆਂ ਚੀਜ਼ਾਂ ਕੱਪੜੇ ਦੀਆਂ ਬੰਦ ਕਰ ਦਿਓ ਤਾਂ ਕਿੱਥੇ ਜਾਏ ਜੀ ਬੰਦਾ, ਕਿੱਥੇ? ਲੋਕ ਦਰ ਤੁਰੇ ਫਿਰਦੇ ਨੇ ਉਸ ਪੱਧਰ ਦੇ ਉੱਤੇ। ਤੁਹਾਡਾ ਇੰਨੀ ਇਨਸੈਂਸਿਟਿਵਿਟੀ 'ਚੋਂ ਨਹੀਂ ਚੀਜ਼ਾਂ ਆਉਣੀਆਂ ਚਾਹੀਦੀਆਂ, ਉਹਨੂੰ ਥੋੜ੍ਹਾ ਜਿਹਾ ਦੇਖਣਾ ਚਾਹੀਦਾ, ਲੋਕਲ ਲੈਵਲ 'ਤੇ ਛੱਡ ਦੇਣਾ ਚਾਹੀਦਾ। ਮਾਰਕੀਟ ਦੇ ਪ੍ਰਧਾਨਾਂ ਨਾਲ, ਯੂਨੀਅਨਾਂ ਨਾਲ ਬੈਠ ਕੇ ਲੋਕਲ ਐਸਡੀਐਮ, ਲੋਕਲ ਤਹਿਸੀਲਦਾਰ ਗੱਲ ਕਰੇ ਕਿ ਤੁਸੀਂ ਖੁਦ ਮੈਨੇਜ ਕਰੋ। ਉਹਨਾਂ ਦੀ ਇਨਵੋਲਵਮੈਂਟ ਕਰਾਉਣੀ ਬਹੁਤ ਜ਼ਰੂਰੀ ਹੈ। ਉੱਪਰੋਂ ਹੁਕਮ ਨਹੀਂ ਇਕੱਲਾ ਦਿੰਦੇ ਰਹੋ। ਲੋਕਲ ਲੈਵਲ 'ਤੇ, ਚਾਹੇ ਪਿੰਡ 'ਚ ਪੰਚਾਇਤ ਹੈ, ਕੋਈ ਕਲੱਬ ਹੈ, ਕੋਈ ਜਥੇਬੰਦੀਆਂ ਨੇ, ਉਹਨਾਂ ਸਾਰੀਆਂ ਦੀ ਸ਼ਮੂਲੀਅਤ ਕਰਾਓ ਹੇਠਲੇ ਪੱਧਰ ਤੇ, ਡੀਸੈਂਟਰਲਾਈਜ਼ ਕਰੋ ਸਾਰੀ ਗੱਲ, ਫਿਰ ਉਹ ਮੈਨੇਜ ਸ਼ਾਇਦ ਸੌਖਾ ਔਰ ਬਿਹਤਰ ਤਰੀਕੇ ਨਾਲ ਕਰ ਪਾਉਣਗੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।